ਹਾਜ਼ਰ ਹੈ ਜੀ ਤੁਹਾਡਾ ਆਪਣਾ ਐਕਸਪੀਰੀਅੰਸ ਸਟੱਡੀ ਚੈਨਲ ਇੱਕ ਹੋਰ ਨਵੀਂ ਵੀਡੀਓ ਲੈ ਕੇ। ਆਪਾਂ ਕਰ ਰਹੇ ਸੀ ਇਸ ਚੈਨਲ ਦੇ ਉੱਪਰ ਸਾਹਿਤ ਦਾ ਆਧੁਨਿਕ ਰੂਪ ਸਵੈ ਜੀਵਨੀ। ਇਸ ਨਾਲ ਸੰਬੰਧਿਤ ਕਾਫੀ ਪ੍ਰਸ਼ਨ ਆਪਾਂ ਕਰ ਚੁੱਕੇ ਹਾਂ। ਇਸ ਦਾ ਜੋ ਇੱਕ ਪਾਰਟ ਰਹਿੰਦਾ ਸੀ ਉਹ ਆਪਾਂ ਅੱਜ ਕਰਨ ਜਾ ਰਹੇ ਹਾਂ, ਪਾਰਟ ਨੰਬਰ 2। ਜਿਨ੍ਹਾਂ ਨੇ ਵੀ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ, ਇਸ ਦਾ ਪਾਰਟ 1 ਨਹੀਂ ਦੇਖਿਆ, ਤਾਂ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਲਿੰਕ ਲੈ ਸਕਦੇ ਨੇ ਉਸਦਾ, ਤੇ ਉਹ ਵੀਡੀਓ ਦੇਖ ਸਕਦੇ ਨੇ। ਉਹ ਵੀਡੀਓ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ, ਤੁਸੀਂ ਜ਼ਰੂਰ ਦੇਖਣੀ। ਅੱਜ ਦੀ ਜੋ ਵੀਡੀਓ ਹੈ ਇਸ ਵਿੱਚ ਆਪਾਂ ਕਰਾਂਗੇ ਕੁਝ ਹੋਰ ਮਹੱਤਵਪੂਰਨ ਸਵੈ ਜੀਵਨੀਆਂ ਤੇ ਉਹਨਾਂ ਦੇ ਲੇਖਕ, ਤੇ ਇਸੇ ਨਾਲ ਹੀ ਕਰਾਂਗੇ ਉਹਨਾਂ ਦੇ ਪ੍ਰਸਿੱਧ ਸਵੈ ਜੀਵਨੀ ਅੰਸ਼। ਸੋ ਸ਼ੁਰੂ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਮਾਟੀ ਕੁਦਮ ਕਰੇਂਦੀ ਯਾਰ, ਸਵੈ ਜੀਵਨੀ ਸੀ ਖਾਲਿਦ ਹੁਸੈਨ ਦੀ। ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਅਗਲੀ ਸਵੈ ਜੀਵਨੀ ਮੌਜ ਮੇਲਾ, ਖੁਸ਼ਵੰਤ ਸਿੰਘ ਦੀ ਹੈ ਸਵੈ ਜੀਵਨੀ ਹੈ ਮੌਜ ਮੇਲਾ। ਇਸ ਤੋਂ ਬਾਅਦ ਲਾਲ ਸਿੰਘ ਦਿਲ ਜੁਝਾਰਵਾਦੀ ਕਵੀ, ਇਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਦਾਸਤਾਨ। ਰਘੂਬੀਰ ਢੰਡ ਸਾਡੀ ਪੰਜਾਬੀ ਕਹਾਣੀ ਦੇ ਪ੍ਰਵਾਸੀ ਕਹਾਣੀਕਾਰ, ਇਸ ਵਾਰ ਇਹ ਸਿਲੇਬਸ ਦੇ ਵਿੱਚ ਵੀ ਨੇ ਮਾਸਟਰ ਕੇਡਰ ਦੇ। ਇਹਨਾਂ ਦੀ ਸਵੈ ਜੀਵਨੀ ਹੈ ਜੀ ਬਾਤ। ਅੱਗੇ ਅਵਤਾਰ ਸਿੰਘ ਆਜ਼ਾਦ, ਇਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਯੁੱਗ ਜੋ ਬੀਤ ਗਿਆ। ਪਹਿਲਵਾਨ ਦਾਰਾ ਸਿੰਘ ਦੀ ਸਵੈ ਜੀਵਨੀ ਹੈ ਜੀ ਮੇਰੀ ਆਤਮ ਕਥਾ। ਇਸ ਤੋਂ ਬਾਅਦ ਗੱਲ ਕਰੀਏ ਹੀਰਾ ਸਿੰਘ ਦਰਦ, ਜੋ ਸਾਡੇ ਪੰਜਾਬੀ ਮਾਸਟਰ ਕੇਡਰ ਦੇ ਸਿਲੇਬਸ ਦੇ ਵਿੱਚ ਆਧੁਨਿਕ ਪੰਜਾਬੀ ਕਵੀਆਂ ਦੇ ਵਿੱਚ ਆਉਂਦੇ ਨੇ। ਇਹਨਾਂ ਦੀ ਸਵੈ ਜੀਵਨੀ ਹੈ ਮੇਰੀਆਂ ਕੁਝ ਇਤਿਹਾਸਿਕ ਯਾਦਾਂ। ਇਹ ਜੋ ਕਵੀ ਨੇ ਇਹਨਾਂ ਦਾ ਕਾਫੀ ਸੰਬੰਧ ਰਿਹਾ ਹੈ ਰਾਜਨੀਤਿਕ ਸਰਗਰਮੀਆਂ ਦੇ ਵਿੱਚ, ਅਤੇ ਇਸੇ ਦੇ ਤਹਿਤ ਹੀ ਇਹਨਾਂ ਨੇ ਇਹ ਜਿਹੜੀ ਸਵੈ ਜੀਵਨੀ ਦਾ ਨਾਮ ਹੈ ਉਹ ਇਸ ਤਰ੍ਹਾਂ ਰੱਖਿਆ ਮੇਰੀਆਂ ਕੁਝ ਇਤਿਹਾਸਿਕ ਯਾਦਾਂ। ਅਤੇ ਇਸ ਦਾ ਸਵੈ ਜੀਵਨੀ ਅੰਸ਼ ਵੀ ਰਾਜਨੀਤਿਕ ਪੱਖ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਜੁੜਿਆ ਹੋਇਆ। ਇਸ ਦਾ ਨਾਮ ਹੈ ਜੀ ਅਖੰਡ ਪਾਠ ਕਰਾਉਣ ਦਾ ਅਪਰਾਧ। ਇਹ ਸਵੈ ਜੀਵਨੀ ਅੰਸ਼ ਹੈ ਜਿਹੜਾ ਹੈ ਮੇਰੀਆਂ ਕੁਝ ਇਤਿਹਾਸਿਕ ਯਾਦਾਂ ਸਵੈ ਜੀਵਨੀ ਦੇ ਵਿੱਚੋਂ ਲਿਆ ਗਿਆ। ਇਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਾਮਾਗਾਟਾ ਮਾਰੂ ਜਹਾਜ਼ ਦਾ ਜੋ ਦੁਖਾਂਤ ਹੋਇਆ ਸੀ ਉਸ ਦੇ ਵਿੱਚ ਸ਼ਹੀਦ ਹੋਏ ਸੀ ਲੋਕ, ਅਤੇ ਨਾਲ ਦੀ ਨਾਲ ਜਿਹੜੇ ਫੱਟੜ ਹੋਏ ਸੀ ਉਹਨਾਂ ਨੇ ਅਰਦਾਸ ਕਰਾਉਣ ਦਾ ਵਿਚਾਰ ਬਣਾਇਆ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ, ਅਤੇ ਉਸੇ ਰਾਤ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗਿਆਨੀ ਹੀਰਾ ਸਿੰਘ ਦਰਦ ਜੀ ਨੂੰ। ਇਸੇ ਘਟਨਾ 'ਤੇ ਆਧਾਰਿਤ ਹੈ ਇਹ ਸਵੈ ਜੀਵਨੀ ਅੰਸ਼ ਅਖੰਡ ਪਾਠ ਕਰਾਉਣ ਦਾ ਅਪਰਾਧ। ਅੱਗੇ ਗੱਲ ਕਰੀਏ ਗੁਰਦਿਆਲ ਸਿੰਘ, ਮਾਲਵੇ ਦਾ ਅੰਸ਼ਲਿਕ ਨਾਵਲਕਾਰ। ਇਹਨਾਂ ਦੀਆਂ ਸਵੈ ਜੀਵਨੀਆਂ ਜੀ ਨਿਆਣ ਮੱਤੀਆਂ ਅਤੇ ਦੂਜੀ ਦੇਹੀ। ਫਰਾਇਡਵਾਦੀ ਕਹਾਣੀਕਾਰ ਕਰਤਾਰ ਸਿੰਘ ਦੁੱਗਲ, ਜਿਨ੍ਹਾਂ ਨੇ ਮਨੋਵਿਗਿਆਨਿਕ ਵਿਸ਼ੇ ਲਏ ਨੇ ਆਪਣੀਆਂ ਕਹਾਣੀਆਂ ਦੇ ਵਿੱਚ। ਇਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਕਿਸ ਪੈ ਖੋਲੋ ਗਠੜੀ। ਇਸ ਤੋਂ ਬਾਅਦ ਸੋਹਣ ਸਿੰਘ ਸ਼ੀਤਲ, ਜਿਨ੍ਹਾਂ ਨੂੰ ਆਪਾਂ ਤੂਤਾਂ ਵਾਲਾ ਖੂਹ ਅਤੇ ਈਚੋਗਿਲ ਨਹਿਰ ਤੱਕ ਨਾਵਲਾਂ ਦੇ ਲਈ ਜਾਣਦੇ ਹਾਂ। ਇਹਨਾਂ ਦੀ ਸਵੈ ਜੀਵਨੀ ਦਾ ਨਾਮ ਹੈ ਵੇਖੀ ਮਾਣੀ ਦੁਨੀਆ। ਠੀਕ ਹੈ ਜੀ। ਅੱਗੇ ਗੱਲ ਕਰੀਏ ਡਾਕਟਰ ਹਰਭਜਨ ਸਿੰਘ ਦੀ ਸਵੈ ਜੀਵਨੀ ਦੀ, ਤਾਂ ਇਸ ਦਾ ਨਾਮ ਹੈ ਜੀ ਚੋਲਾ ਟਾਕੀਆਂ ਵਾਲਾ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਵੈ ਜੀਵਨੀ ਅੰਸ਼ ਜੋ ਕਾਫੀ ਮਹੱਤਵਪੂਰਨ ਨੇ। ਪਹਿਲਾ ਹੈ ਜੀ ਮੁੱਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ। ਇਹ ਦੋਨੇ ਲੈ ਗਏ ਆ ਆਰਸੀ ਸਵੈ ਜੀਵਨੀ 'ਚੋਂ। ਆਰਸੀ ਸਵੈ ਜੀਵਨੀ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਹੈ। ਜੋ ਮੁੱਢਲੀ ਅਵਸਥਾ ਸਵੈ ਜੀਵਨੀ ਅੰਸ਼ ਹੈ ਇਸ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਜੋ ਬਚਪਨ ਹੈ, ਬਚਪਨ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਦੀ ਇੰਨੀ ਜ਼ਿਆਦਾ ਲਾਲਸਾ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੁੰਦੇ ਸੀ ਅਤੇ ਜ਼ਿਆਦਾ ਪੜ੍ਹਾਈ ਕਰਕੇ ਟੀਚਰ ਬਣਨਾ ਚਾਹੁੰਦੇ ਸੀ, ਅਤੇ ਇਸ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਤੇ ਜੋ ਬਚਪਨ ਦੇ ਪ੍ਰਭਾਵ ਉਹਨਾਂ ਦੇ ਮਨ ਦੇ ਉੱਤੇ ਪਏ ਉਹਨਾਂ ਦਾ ਵੇਰਵਾ ਦਿੱਤਾ ਉਹਨਾਂ ਨੇ ਇਸ ਸਵੈ ਜੀਵਨੀ ਅੰਸ਼ ਦੇ ਵਿੱਚ। ਅੱਗੇ ਗੱਲ ਕਰੀਏ ਮਿਡਲ ਦੀ ਪੜ੍ਹਾਈ ਸਵੈ ਜੀਵਨੀ ਅੰਸ਼ ਦੇ ਬਾਰੇ, ਤਾਂ ਇਸ ਵਿੱਚ ਉਹਨਾਂ ਨੇ ਦੱਸਿਆ ਕਿ ਕਿੰਨੀਆਂ ਔਕੜਾਂ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆਪਣਾ ਅੱਗੇ ਪੜ੍ਹਨ ਦਾ ਜੋ ਉਹਨਾਂ ਦਾ ਮਿੱਥਿਆ ਹੋਇਆ ਸੀ ਟੀਚਾ, ਉਸ ਨੂੰ ਕਦੇ ਵੀ ਮੱਠਾ ਨਹੀਂ ਪੈਣ ਦਿੱਤਾ ਅਤੇ ਹਮੇਸ਼ਾ ਕੋਸ਼ਿਸ਼ ਜਾਰੀ ਰੱਖੀ ਕਿ ਉਹ ਵੱਧ ਤੋਂ ਵੱਧ ਪੜ੍ਹ ਸਕਣ। ਅਤੇ ਇਸ ਦੇ ਲਈ ਉਹਨਾਂ ਨੂੰ ਨੌਕਰ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਵੀ ਕਰਨਾ ਪਿਆ। ਇਸ ਤੋਂ ਇਲਾਵਾ ਗਰੀਬੀ ਭਰਿਆ ਜਿਹੜਾ ਜੀਵਨ ਉਹਨਾਂ ਨੂੰ ਹੰਢਾਉਣਾ ਪਿਆ, ਪਰ ਉਹਨਾਂ ਨੇ ਫਿਰ ਵੀ ਆਪਣੀ ਜੋ ਪੜ੍ਹਾਈ ਕਰਨ ਦੀ ਜੋ ਉਹਨਾਂ ਦੀ ਪ੍ਰਵਿਰਤੀ ਸੀ, ਜੋ ਲਗਨ ਸੀ,
ਉਸ ਨੂੰ ਕਦੇ ਵੀ ਢਿੱਲਾ ਨਹੀਂ ਹੋਣ ਦਿੱਤਾ। ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਾਂਗੇ ਤਖਤ ਜਾਂ ਤਖਤਾ ਸਵੈਜੀਵਨੀ ਅੰਸ਼ ਦੀ। ਇਹ ਲਿਆ ਗਿਆ ਆਪ ਬੀਤੀ ਦੇ ਵਿੱਚੋਂ। ਆਪ ਬੀਤੀ ਸਵੈਜੀਵਨੀ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਜੀ ਦੀ, ਜਿਸ 'ਤੇ ਆਪਾਂ ਸਪੈਸ਼ਲ ਇੱਕ ਲੈਕਚਰ ਬਣਾ ਚੁੱਕੇ ਹਾਂ ਪਹਿਲਾਂ। ਜੋ ਤਖਤ ਜਾਂ ਤਖਤਾ ਸਵੈਜੀਵਨੀ ਅੰਸ਼ ਹੈ, ਇਸ ਦੇ ਵਿੱਚ ਡਾਕਟਰ ਰੰਧਾਵਾ ਨੇ ਦੱਸਿਆ ਹੈ ਕਿ ਉਹਨਾਂ ਨੂੰ MSc ਕਰਨ ਤੋਂ ਬਾਅਦ ਵੀ ਜਦੋਂ ਰੁਜ਼ਗਾਰ ਦੀ ਪ੍ਰਾਪਤੀ ਨਹੀਂ ਹੋਈ ਤਾਂ ਉਹਨਾਂ ਨੂੰ ਬਹੁਤ ਨਮੋਸ਼ੀ ਆ ਗਈ ਸੀ ਇੱਕ ਟਾਈਮ ਦੇ ਲਈ, ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਦ੍ਰਿੜ ਇਰਾਦੇ ਨਾਲ ਦੁਬਾਰਾ ਕੋਸ਼ਿਸ਼ ਕੀਤੀ ਅਤੇ ਉਹਨਾਂ ਦੀ ਇਹ ਹਿੰਮਤ ਰੰਗ ਲਿਆਈ ਅਤੇ ਉਹਨਾਂ ਨੇ ICS ਦਾ ਜਿਹੜਾ ਇਮਤਿਹਾਨ ਹੈ ਉਹ ਪਾਸ ਕੀਤਾ। ਆਪਣੀ ਡੈਡੀਕੇਸ਼ਨ, ਆਪਣੀ ਲਗਨ ਬਾਰੇ ਉਹਨਾਂ ਨੇ ਦੱਸਿਆ ਇਸ ਸਵੈਜੀਵਨੀ ਅੰਸ਼ ਦੇ ਵਿੱਚ। ਅੱਗੇ ਕਰਾਂਗੇ ਜੀ ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦਾ ਹੈ। ਇਹ ਜੋ ਸਵੈਜੀਵਨੀ ਅੰਸ਼ ਹੈ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈਜੀਵਨੀ ਮੇਰੀ ਜੀਵਨ ਕਹਾਣੀ ਦੇ ਵਿੱਚੋਂ ਲਿਆ ਗਿਆ। ਇਸ ਵਿੱਚ ਪ੍ਰੀਤਲੜੀ ਜੀ ਨੇ ਦੱਸਿਆ ਹੈ ਕਿ ਜਦੋਂ ਸਵਿਟਜ਼ਰਲੈਂਡ ਦੇ ਵਿੱਚ ਕਿਰਾਏ 'ਤੇ ਰਹਿੰਦੇ ਸੀ ਇੱਕ ਮਕਾਨ ਦੇ ਵਿੱਚ, ਤਾਂ ਉਸ ਮਕਾਨ ਦੀ ਜੋ ਮਾਲਕਣ ਸੀ ਉਸ ਦਾ ਸੁਭਾਅ, ਠੀਕ ਹੈ, ਉਸ ਦੀ ਜੋ ਮੁਲਾਕਾਤ ਰਹੀ ਗੁਰਬਖਸ਼ ਸਿੰਘ ਪ੍ਰੀਤਲੜੀ ਨਾਲ, ਇਹਨਾਂ ਘਟਨਾਵਾਂ ਦਾ ਹੀ ਉਹਨਾਂ ਨੇ ਜ਼ਿਕਰ ਕੀਤਾ ਹੈ ਇਸ ਸਵੈਜੀਵਨੀ ਅੰਸ਼ ਦੇ ਵਿੱਚ। ਅੱਗੇ ਗੱਲ ਕਰਾਂਗੇ ਮੇਰੀ ਦੁਨੀਆ ਸਵੈਜੀਵਨੀ ਦੀ। ਇਹ ਸਵੈਜੀਵਨੀ ਨਾਨਕ ਸਿੰਘ ਦੀ ਹੈ ਅਤੇ ਇਸ ਦਾ ਸਵੈਜੀਵਨੀ ਅੰਸ਼ ਜੋ ਕਾਫੀ ਮਹੱਤਵਪੂਰਨ ਹੈ ਉਹ ਹੈ ਮੇਰੀ ਜੇਲ੍ਹ ਯਾਤਰਾ। ਜਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਮੋਰਚੇ ਦੇ ਨਾਲ, ਅਤੇ ਇਸ ਤੋਂ ਬਾਅਦ ਉਹਨਾਂ ਨੂੰ ਜੋ ਜੇਲ੍ਹ ਦੀ ਇਕੱਲ ਸੀ, ਇਕੱਲਤਾ ਭਰਿਆ ਜੀਵਨ ਸੀ, ਉਹਨਾਂ ਨੇ ਨਾਵਲ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਰ ਵੀ ਗੂੜਾ ਕਰ ਦਿੱਤਾ। ਕਿਸ ਤਰ੍ਹਾਂ ਜੇਲ੍ਹ ਦੇ ਜੀਵਨ ਨੇ ਉਹਨਾਂ ਨੂੰ ਨਾਵਲ ਰਚਨਾ ਲਈ ਪ੍ਰੇਰਿਆ, ਇਸ ਬਾਰੇ ਉਹਨਾਂ ਨੇ ਜਿਹੜੇ ਆਪਣੇ ਅਨੁਭਵ ਆ ਉਹ ਇਸ ਵਿੱਚ ਬਿਆਨ ਕੀਤੇ ਨੇ। ਅੱਗੇ ਗੱਲ ਕਰਾਂਗੇ ਜੀ ਰਸੀਦੀ ਟਿਕਟ ਸਵੈਜੀਵਨੀ ਦੀ। ਇਹ ਸਵੈਜੀਵਨੀ ਹੈ ਅੰਮ੍ਰਿਤਾ ਪ੍ਰੀਤਮ ਦੀ। ਆਪਾਂ ਇਸ ਬਾਰੇ ਪ੍ਰਸ਼ਨ ਕੀਤਾ ਸੀ ਕਿ ਪ੍ਰਕਾਸ਼ਿਤ ਕਦੋਂ ਹੋਈ ਹੈ, ਉਸ 'ਚ ਆਪਾਂ ਕੀਤਾ ਸੀ 1977। ਠੀਕ ਹੈ, ਉਹ ਹੈ ਜੀ ਨੈੱਟ ਦੇ ਪੇਪਰ ਦੇ ਅਨੁਸਾਰ। ਠੀਕ ਹੈ, ਨੈੱਟ ਦੀਆਂ ਜੋ ਬੁੱਕਸ ਨੇ ਉਹਦੇ ਅਨੁਸਾਰ ਆਪਾਂ 1977 ਕਰਿਆ ਸੀ, ਪਰ ਜੇ ਅਸਲ ਦੇ ਵਿੱਚ ਆਪਾਂ ਦੇਖੀਏ ਤਾਂ ਇਸ ਦਾ ਜੋ ਸਹੀ ਪ੍ਰਕਾਸ਼ਨ ਸਾਲ ਆਪਾਂ ਮੰਨ ਸਕਦੇ ਹਾਂ ਇਸ ਸਵੈਜੀਵਨੀ ਦਾ, ਉਹ ਆਪਾਂ ਮੰਨਾਂਗੇ 1976 ਪਹਿਲਾ ਪ੍ਰਕਾਸ਼ਨ ਸਾਲ। ਅਤੇ ਜਿਹੜਾ ਤੀਸਰਾ ਸੰਸਕਰਨ ਹੈ ਉਹ ਮੰਨ ਸਕਦੇ ਹਾਂ ਆਪਾਂ 1981। 81 ਦੇ ਵਿੱਚ ਤੀਸਰਾ ਸੀ। ਠੀਕ ਹੈ, ਇਹ ਤੁਹਾਨੂੰ ਆਪਸ਼ਨ ਦੇ ਅਕੋਰਡਿੰਗ ਦੇਖਣਾ ਪਏਗਾ ਕਿਸ ਤਰ੍ਹਾਂ ਹੀ ਤੁਹਾਨੂੰ ਆਪਸ਼ਨ ਆਉਂਦੀ ਹੈ। ਠੀਕ ਹੈ, ਤਾਂ ਉਸਦੇ ਆਪਾਂ ਅਨੁਸਾਰ ਹੀ ਆਨਸਰ ਲਾਵਾਂਗੇ। ਠੀਕ ਹੈ, ਵੈਸੇ ਤੁਸੀਂ ਯਾਦ ਰੱਖ ਲੈਣਾ ਪਹਿਲਾ ਪ੍ਰਕਾਸ਼ਨ ਸਾਲ 1976 ਅਤੇ ਜੋ ਤੀਸਰਾ ਸੰਸਕਰਨ ਆਇਆ ਸੀ 1981। ਠੀਕ ਹੈ ਜੀ। ਜੋ ਮੈਂ ਤੇ ਮੇਰੇ ਦਾਰਜੀ ਸਵੈਜੀਵਨੀ ਅੰਸ਼ ਹੈ, ਇਸ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਦੱਸਿਆ ਹੈ ਕਿ ਉਹਨਾਂ ਦੇ ਜੋ ਪਿਤਾ ਜੀ ਕਰਤਾਰ ਸਿੰਘ ਜੀ, ਉਹਨਾਂ ਦਾ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਕੀ ਪ੍ਰਭਾਵ ਰਿਹਾ। ਠੀਕ ਹੈ, ਉਹ ਆਪਣੇ ਪਿਤਾ ਜੀ ਨੂੰ ਦਾਰਜੀ ਕਹਿ ਕੇ ਬੁਲਾਉਂਦੀ ਸੀ ਅਤੇ ਵੱਖ-ਵੱਖ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਇਸ ਦੇ ਵਿੱਚ, ਜਦੋਂ ਉਹਨਾਂ ਦੇ ਪਿਤਾ ਦੀ ਸ਼ਖਸੀਅਤ ਨੇ ਅੰਮ੍ਰਿਤਾ ਪ੍ਰੀਤਮ ਨੂੰ ਵੀ ਪ੍ਰਭਾਵਿਤ ਕੀਤਾ। ਠੀਕ ਹੈ, ਉਹਨਾਂ ਨੇ ਸੁਭਾਅ ਦੇ ਕੁਝ ਪੱਖ ਉਹਨਾਂ ਦੇ ਪਿਤਾ ਤੋਂ ਪ੍ਰਭਾਵਿਤ ਹੋਏ ਸੀ ਅਤੇ ਇਸ ਦਾ ਜੋ ਵੇਰਵਾ ਉਹਨਾਂ ਨੇ ਦਿੱਤਾ ਹੈ ਰਸੀਦੀ ਟਿਕਟ ਦੇ ਸਵੈਜੀਵਨੀ ਅੰਸ਼ ਮੈਂ ਤੇ ਮੇਰੇ ਦਾਰਜੀ, ਜਿੱਥੇ ਉਹਨਾਂ ਨੇ ਆਪਣੀ ਧੀ ਨੂੰ ਸਾਹਿਤ ਨਾਲ ਜੋੜੀ ਰੱਖਿਆ। ਇਸ ਦੇ ਨਾਲ ਹੀ ਕੁਝ ਧਾਰਮਿਕ ਪੱਖ ਵੀ ਆਪਾਂ ਕਹਿ ਸਕਦੇ ਹਾਂ ਕਿ ਜੋ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਉਗੜਦੇ ਲੱਛਣ ਸੀਗੇ ਉਹ ਅੰਮ੍ਰਿਤਾ ਪ੍ਰੀਤਮ ਵਿੱਚ ਦੇਖਣ ਨੂੰ ਵੀ ਮਿਲੇ। ਅੱਗੇ ਗੱਲ ਕਰਾਂਗੇ ਗਲੀਏ ਚਿੱਕੜ ਦੂਰ ਕਰ। ਇਹ ਜੋ ਸਵੈਜੀਵਨੀ ਦਾ ਭਾਗ ਹੈ ਇਹ ਹੈ ਡਾਕਟਰ ਸਹਿੰਦਰ ਸਿੰਘ ਬੰਜਾਰਾ ਬੇਦੀ, ਜਿਹਨੂੰ ਆਪਾਂ SS ਬੰਜਾਰਾ ਬੇਦੀ ਵੀ ਕਹਿ ਦਿੰਦੇ ਹਾਂ। ਇਹਨਾਂ ਦਾ ਸਵੈਜੀਵਨੀ ਅੰਸ਼ ਹੈ ਜੀ ਆਪਣੀ ਸੋਚ ਦੇ ਗਹਿਰੇ ਸਾਏ। ਇਸ ਸਵੈਜੀਵਨੀ ਅੰਸ਼ ਦੇ ਵਿੱਚ ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨੇ ਵੱਖ-ਵੱਖ ਜੀਵਨ ਮਨੋਰਥ ਮਿੱਥੇ ਸੀ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ। ਪਹਿਲਾਂ ਉਹਨਾਂ ਨੇ ਸੋਚਿਆ ਸੀ ਕਿ ਉਹ ਹਿਸਾਬ ਦੇ ਟੀਚਰ ਬਣਨਗੇ, ਮੈਥ ਟੀਚਰ। ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਨਹੀਂ, ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰਕੇ ਲੈਕਚਰਰ ਬਣਨਗੇ। ਫਿਰ ਉਹਨਾਂ ਦੇ ਪਿਤਾ ਦੀ ਮੌਤ ਕਾਰਨ ਉਹਨਾਂ ਨੂੰ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਬੈਂਕ ਦੇ ਵਿੱਚ ਨੌਕਰੀ ਕਰਨੀ ਪਈ। ਇਸ ਤੋਂ ਬਾਅਦ ਉਹ ਸੰਪਾਦਕ ਵੀ ਬਣੇ ਰਹੇ ਅਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਜੋ MA ਦੀ ਪੜ੍ਹਾਈ ਸੀ ਉਹ ਵੀ ਕੀਤੀ। ਠੀਕ ਹੈ, ਪਰ ਪਰਿਵਾਰ ਦਾ ਜੋ
ਗੁਜ਼ਾਰਾ ਚਲਾਉਣ ਦੇ ਲਈ ਉਹਨਾਂ ਨੂੰ ਗਿਆਨੀ ਦੀਆਂ ਕਲਾਸਾਂ ਵੀ ਲਾਉਣੀਆਂ ਪਈਆਂ। ਮਤਲਬ ਉਹਨਾਂ ਨੂੰ ਇਹ ਅਨੁਭਵ ਹੋਇਆ ਕਿ ਜਿਹੜਾ ਪੈਸਾ ਹੈ ਉਹ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਮਹੱਤਵ ਰੱਖਦਾ ਹੈ। ਠੀਕ ਹੈ, ਪੈਸੇ ਦੀ ਮਹਾਨਤਾ ਦਾ ਉਹਨਾਂ ਨੂੰ ਅਹਿਸਾਸ ਹੋਇਆ, ਜਿਸ ਕਰਕੇ ਉਹ ਕਾਫੀ ਨਿਰਾਸ਼ ਹੋ ਗਏ ਸੀ ਵੀ ਪੈਸੇ ਦੀ ਇੰਨੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਨਸਾਨ ਨੂੰ ਵੀ ਉਸਦੇ ਜਿਹੜੇ ਜੀਵਨ ਮਨੋਰਥ ਹੈ ਉਹ ਤੱਕ ਬਦਲ ਜਾਂਦੇ ਨੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕਰਾਂਗੇ ਚੰਡੀਗੜ੍ਹ ਵਿੱਚ ਨਿਯੁਕਤੀ। ਚੰਡੀਗੜ੍ਹ ਵਿੱਚ ਨਿਯੁਕਤੀ ਜੋ ਸਵੈਜੀਵਨੀ ਅੰਸ਼ ਹੈ ਉਹ ਲਿਆ ਗਿਆ ਕੋਈ ਨਾਉ ਨਾ ਜਾਣੇ ਮੇਰਾ। ਇਹ ਸਵੈਜੀਵਨੀ ਤੁਹਾਨੂੰ ਪਤਾ ਹੀ ਹੈ ਕਿਹਦੀ ਹੈ, ਡਾਕਟਰ ਜਸਵੰਤ ਸਿੰਘ ਨੇਕੀ ਦੀ ਕਵਿਤਾ ਰੂਪ ਦੇ ਵਿੱਚ ਲਿਖੀ ਹੋਈ ਸਵੈਜੀਵਨੀ ਹੈ ਇਹ। ਚੰਡੀਗੜ੍ਹ ਵਿੱਚ ਨਿਯੁਕਤੀ ਸਵੈਜੀਵਨੀ ਅੰਸ਼ ਦੇ ਵਿੱਚ ਡਾਕਟਰ ਨੇਕੀ ਨੇ ਉਸ ਸਮੇਂ ਦਾ ਵਰਣਨ ਕੀਤਾ ਜਦੋਂ ਉਹਨਾਂ ਦੀ ਡਿਊਟੀ PGI ਚੰਡੀਗੜ੍ਹ ਦੇ ਵਿੱਚ ਡਾਇਰੈਕਟਰ ਵਜੋਂ ਲੱਗ ਗਈ ਸੀ। ਉੱਥੇ ਉਹਨਾਂ ਦੇ ਨਾਲ ਦੇ ਜੋ ਲੇਖਕ ਸੀ ਉਹਨਾਂ ਦਾ ਰੁਝੇਵਿਆਂ ਭਰਿਆ ਜੀਵਨ ਅਤੇ ਇਹਨਾਂ ਦਾ ਆਪਣਾ ਜੋ ਰੁਝੇਵਿਆਂ ਭਰਿਆ ਜੀਵਨ ਸੀ ਉਹਨਾਂ ਦਾ ਵਰਣਨ ਕੀਤਾ ਇਹਨਾਂ ਨੇ ਆਪਣੀ ਇਸ ਸਵੈਜੀਵਨੀ ਅੰਸ਼ ਦੇ ਵਿੱਚ। ਠੀਕ ਹੈ ਜੀ। ਅੱਗੇ ਗੱਲ ਕਰਾਂਗੇ ਆਪਾਂ ਮੇਰੀਆਂ ਧੀਆਂ ਮੇਰੇ ਖੰਭ। ਇਹ ਸਵੈਜੀਵਨੀ ਅੰਸ਼ ਲਿਆ ਗਿਆ ਕੂੜਾ ਕਬਾੜਾ ਸਵੈਜੀਵਨੀ ਦੇ ਵਿੱਚੋਂ, ਜੋ ਕਿ ਅਜੀਤ ਕੌਰ ਦੀ ਸਵੈਜੀਵਨੀ ਦਾ ਭਾਗ ਦੂਜਾ ਹੈ ਕੂੜਾ ਕਬਾੜਾ, ਉਸ ਦੇ ਵਿੱਚੋਂ ਲਿਆ ਗਿਆ ਹੈ। ਇਸ ਦੇ ਵਿੱਚ ਉਸਨੇ ਆਪਣੀਆਂ ਧੀਆਂ ਕੈਂਡੀ ਅਤੇ ਅਰਪਣਾ ਉਹਨਾਂ ਦੋਨਾਂ ਦੇ ਪਾਲਣ ਪੋਸ਼ਣ ਬਾਰੇ ਗੱਲ ਕੀਤੀ ਹੈ ਅਤੇ ਨਾਲ ਹੀ ਦੱਸਿਆ ਕਿ ਸਮਾਜ ਕਿਸ ਤਰ੍ਹਾਂ ਇਹ ਵਿਚਾਰਧਾਰਾ ਨੂੰ ਲੈ ਕੇ ਚੱਲਦਾ ਕਿ ਜੋ ਕੁੜੀਆਂ ਨੇ ਉਹ ਆਪਣੇ ਮਾਂ ਬਾਪ ਦੇ ਸਿਰ 'ਤੇ ਭਾਰ ਨੇ। ਪਰ ਅਜੀਤ ਕੌਰ ਨੇ ਕਿਹਾ ਕਿ ਉਸਨੇ ਕਦੇ ਵੀ ਆਪਣੀਆਂ ਧੀਆਂ ਨੂੰ ਇਹ ਚੀਜ਼ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਉਹਨਾਂ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕੀਤੀਆਂ। ਪਰ ਜਦੋਂ ਉਹਨਾਂ ਦੇ ਵਿਆਹ ਦੀ ਵਾਰੀ ਆਈ ਤਾਂ ਰਿਸ਼ਤੇਦਾਰਾਂ ਕੋਲੋਂ ਵੀ ਉਸਨੂੰ ਇਹ ਚੀਜ਼ ਸੁਣਨ ਨੂੰ ਮਿਲੀ ਕਿ ਇਸ ਦਾ ਵਿਆਹ ਕਰਕੇ ਤੇਰਾ ਭਾਰ ਘੱਟ ਜਾਵੇਗਾ, ਅੱਧਾ ਭਾਰ ਤੇਰਾ ਘੱਟ ਜਾਵੇਗਾ। ਠੀਕ ਹੈ, ਅਤੇ ਉਸਨੂੰ ਇਸ ਤੋਂ ਵੀ ਜ਼ਿਆਦਾ ਹੈਰਾਨੀ ਉਦੋਂ ਹੋਈ ਜਦੋਂ ਉਸਦੀ ਧੀ ਕੈਂਡੀ ਨੇ ਉਸਨੂੰ ਇਹ ਗੱਲ ਕਹੀ ਕਿ ਉਸਦਾ ਵਿਆਹ ਕਰਨ ਨਾਲ ਉਸਦੀ ਮਾਂ ਦਾ ਅੱਧਾ ਭਾਰ ਹੈ ਜਿਹੜਾ ਉਹ ਘੱਟ ਜਾਏਗਾ, ਮਤਲਬ ਉਸ ਤੋਂ ਜਿਹੜਾ ਟੈਨਸ਼ਨ ਦਾ ਬੋਝ ਹੈ ਉਹ ਹਲਕਾ ਹੋ ਜਾਵੇਗਾ। ਠੀਕ ਹੈ, ਤਾਂ ਇਹ ਜਿਹੜੀ ਚੀਜ਼ ਸੀ ਉਹ ਲੇਖਕਾ ਦੇ ਮਨ ਨੂੰ ਟੁੰਬ ਗਈ ਅਤੇ ਕਾਫੀ ਉਹ ਨਿਰਾਸ਼ ਰਹੀ ਇਹ ਗੱਲ ਜਾਣ ਕੇ। ਅਤੇ ਉਸਨੇ ਸੋਚਿਆ ਕਿ ਭਾਵੇਂ ਉਸਨੇ ਹਰ ਇੱਕ ਯਤਨ ਕੀਤਾ ਆਪਣੀਆਂ ਧੀਆਂ ਨੂੰ ਖੁਸ਼ ਕਰਨ ਦੇ ਲਈ, ਕਦੇ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ, ਉਹਨਾਂ ਨੂੰ ਹਮੇਸ਼ਾ ਆਪਣੇ ਜ਼ਿੰਦਗੀ ਦੇ ਹਮਸਫ਼ਰ ਬਣਾ ਕੇ ਚੱਲਿਆ, ਆਪਣੀਆਂ ਦੋਸਤਾਂ ਮੰਨ ਕੇ ਚੱਲਿਆ, ਪਰ ਫਿਰ ਵੀ ਉਹਨਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲ ਗਈ। ਤਾਂ ਕਿਤੇ ਨਾ ਕਿਤੇ ਉਹਨਾਂ ਨੇ ਵਿਅੰਗ ਕੀਤਾ ਹੈ ਸਮਾਜ ਦੀ ਸੋਚ ਦੇ ਉੱਤੇ ਕਿ ਕਿਸ ਤਰ੍ਹਾਂ ਧੀਆਂ ਨੂੰ ਲੋਕ ਬੋਝ ਮੰਨਦੇ ਨੇ, ਮਾਪਿਆਂ ਦੇ ਸਿਰ 'ਤੇ ਭਾਰ ਮੰਨਦੇ ਨੇ। ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ, ਛੋਟਾ ਜਿਹਾ ਪ੍ਰਸ਼ਨ ਰਹਿ ਗਿਆ ਸੀ ਆਪਣਾ, ਜ਼ਿੰਦਗੀ ਦੇ ਰਾਹਾਂ 'ਤੇ ਜੋ ਸਵੈਜੀਵਨੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ। ਇਹ ਸਾਨੂੰ ਮਿਲਦੀ ਆ ਇੰਗਲਿਸ਼ ਦੇ ਵਿੱਚ ਔਨ ਦਾ ਪਾਥ ਆਫ ਲਾਈਫ, ਅਤੇ ਇਸ ਦਾ ਜੋ ਅਨੁਵਾਦ ਮਿਲਦਾ ਹੈ ਉਹ ਸਾਨੂੰ ਕਰਕੇ ਦਿੱਤਾ ਹੈ ਪ੍ਰੀਤ ਲੜੀ ਜੀ ਨੇ। ਠੀਕ ਹੈ, ਪ੍ਰੀਤ ਲੜੀ, ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ, ਉਹਨਾਂ ਨੇ ਇਸਦਾ ਅਨੁਵਾਦ ਕੀਤਾ। ਇੱਥੇ ਆਪਾਂ ਖ਼ਤਮ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ ਅਤੇ ਕਰਦੇ ਰਹੋ ਪੰਜਾਬੀ ਦੀ ਤਿਆਰੀ। ਧੰਨਵਾਦ ਜੀ।